ਅਜ਼ਰਾ ਤੇ ਨਹਮੀਆ ਦੀ ਕਿਤਾਬ। ਜ਼ਿਆਦਾਤਰ ਆਧੁਨਿਕ ਬਾਈਬਲਾਂ ਵਿੱਚ ਇਹ ਕਿਤਾਬਾਂ ਅਲੱਗ-ਅਲੱਗ ਹਨ, ਪਰ ਇਹ ਵੰਡ ਕਿਤਾਬ ਲਿਖਣ ਦੇ ਬਹੁਤ ਸਮੇਂ ਬਾਅਦ ਹੋਈ। ਅਸਲ ਵਿੱਚ ਇਹ ਇੱਕ ਹੀ ਲੇਖਕ ਦੁਆਰਾ ਲਿਖਿਆ ਇੱਕ ਹੀ ਕਾਰਜ ਸੀ। ਇਹ ਕਹਾਣੀ ਬਾਬਲ ਦੇ ਲੋਕਾਂ ਦੁਆਰਾ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਨਸ਼ਟ ਕਰਨ ਅਤੇ ਕਈ ਲੋਕਾਂ ਨੂੰ ਗੁਲਾਮੀ ਵਿੱਚ ਲੈ ਜਾਣ ਤੋਂ ਬਾਅਦ ਦੀ ਹੈ। ਅਤੇ ਇਹ ਕਿਤਾਬ ਗੁਲਾਮੀ ਵਿੱਚ ਜਾਣ ਤੋਂ 50 ਸਾਲ ਬਾਅਦ ਸ਼ੁਰੂ ਹੁੰਦੀ ਹੈ ਅਤੇ ਇਹ ਕੁਝ ਇਸਰਾਏਲੀਆਂ ਦੇ ਯਰੂਸ਼ਲਮ ਮੁੜਨ ਦਾ ਵਰਣਨ ਕਰਦੀ ਹੈ ਅਤੇ ਫਿਰ ਦੱਸਦੀ ਹੈ ਕਿ ਜਦੋਂ ਉਹਨਾਂ ਨੇ ਸ਼ਹਿਰ ਦਾ ਮੁੜ ਨਿਰਮਾਣ ਕੀਤਾ ਤਾਂ ਕੀ ਹੋਇਆ ਅਤੇ ਉਹਨਾਂ ਦਾ ਜੀਵਨ ਉੱਥੇ ਕਿਸ ਤਰ੍ਹਾਂ ਦਾ ਸੀ। ਵਿਸ਼ੇਸ਼ ਤੌਰ ਤੇ ਕਿਤਾਬ 3 ਆਗੂਆਂ ਉੱਤੇ ਕੇਂਦਰਿਤ ਹੈ ਜਿਨ੍ਹਾਂ ਨੇ ਮੁੜ ਨਿਰਮਾਣ ਕਾਰਜਾਂ ਦੀ ਅਗਵਾਈ ਕੀਤੀ। ਤੁਹਾਡੇ ਕੋਲ ਜ਼ਰੂਬਾਬਲ ਹੈ, ਫਿਰ ਅਜ਼ਰਾ ਅਤੇ ਫਿਰ ਨਹਮੀਆ ਹੈ ਅਤੇ ਕਿਤਾਬ ਦੀ ਰਚਨਾ ਹਰੇਕ ਆਗੂ ਦੇ ਉਪਰਾਲਿਆਂ ਤੇ ਕੇਂਦਰਿਤ ਹੈ। ਜ਼ਰੂਬਾਬਲ ਹੈਕਲ ਦੇ ਮੁੜ ਨਿਰਮਾਣ ਦੇ ਲਈ ਲੋਕਾਂ ਦੇ ਇੱਕ ਵੱਡੇ ਦਲ ਨੂੰ ਯਰੂਸ਼ਲਮ ਵਾਪਿਸ ਲੈ ਜਾਂਦਾ ਹੈ। ਫਿਰ ਲਗਭਗ 60 ਸਾਲ ਬਾਅਦ ਅਜ਼ਰਾ ਯਰੂਸ਼ਲਮ ਵਿੱਚ ਤੁਰੇਤ ਸਿਖਾਉਣ ਅਤੇ ਸਮਾਜ ਨੂੰ ਦ੍ਰਿੜ ਕਰਨ ਆਉਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਨਹਮੀਆ ਆਉਂਦਾ ਹੈ ਜੋ ਯਰੂਸ਼ਲਮ ਦੀਆਂ ਦੀਵਾਰਾਂ ਨੂੰ ਮੁੜ ਨਿਰਮਾਣ ਕਰਨ ਵਿੱਚ ਅਗਵਾਈ ਕਰਦਾ ਹੈ ਅਤੇ ਇਹਨਾਂ ਤਿੰਨਾਂ ਕਹਾਣੀਆਂ ਦੀ ਰਚਨਾ ਨਾਲ-ਨਾਲ ਕੀਤੀ ਗਈ ਹੈ। ਹਰੇਕ ਕਹਾਣੀ ਫਾਰਸ ਦੇ ਪਾਤਸ਼ਾਹ ਨਾਲ ਆਰੰਭ ਹੁੰਦੀ ਹੈ ਜਿਸ ਨੂੰ ਪਰਮੇਸ਼ਵਰ ਯਰੂਸ਼ਲਮ ਵਿੱਚ ਆਗੂ ਭੇਜਣ ਲਈ ਉਤਸ਼ਾਹਿਤ ਕਰਦਾ ਹੈ ਅਤੇ ਫਿਰ ਉਹ ਆਪਣੇ ਸਾਧਨ ਅਤੇ ਸਹਿਯੋਗ ਪ੍ਰਦਾਨ ਕਰਦਾ ਹੈ ਅਤੇ ਫਿਰ ਹਰੇਕ ਆਗੂ ਆਪਣੇ ਉਪਰਾਲਿਆਂ ਵਿੱਚ ਵਿਰੋਧ ਦਾ ਸਾਹਮਣਾ ਕਰਦਾ ਹੈ ਜਿਸ ਉੱਤੇ ਉਹ ਜਿੱਤ ਪਾਉਂਦੇ ਹਨ। ਪਰ ਇਸ ਤਰ੍ਹਾਂ ਤਿੰਨਾਂ ਭਾਗਾਂ ਵਿੱਚੋਂ ਹਰੇਕ ਵਿੱਚ ਇੱਕ ਅਨੋਖਾ ਦੁਖਾਂਤ ਵੇਖਣ ਨੂੰ ਮਿਲਦਾ ਹੈ। ਆਓ ਦੇਖੀਏ ਕਿ ਇਹ ਇਕੱਠੇ ਕਿਵੇਂ ਕੰਮ ਕਰਦੇ ਹਨ। ਕਹਾਣੀ ਫਾਰਸ ਦੇ ਰਾਜਾ ਕੋਰਸ ਦੇ ਆਦੇਸ਼ ਨਾਲ ਆਰੰਭ ਹੁੰਦੀ ਹੈ ਅਤੇ ਉਹ ਪਰਮੇਸ਼ਵਰ ਦੁਆਰਾ ਉਤਸ਼ਾਹਿਤ ਹੋ ਕੇ ਗੁਲਾਮੀ ਵਿੱਚ ਆਏ ਲੋਕਾਂ ਨੂੰ ਯਰੂਸ਼ਲਮ ਜਾਣ ਅਤੇ ਹੈਕਲ ਨੂੰ ਮੁੜ ਨਿਰਮਾਣ ਕਰਨ ਦਾ ਹੁਕਮ ਦਿੰਦਾ ਹੈ ਅਤੇ ਲੇਖਕ ਕਹਿੰਦਾ ਹੈ ਕਿ ਇਹ ਨਬੀ ਯਰਮੀਆ ਦੁਆਰਾ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਾ ਹੈ ਕਿ ਗੁਲਾਮੀ ਵਿੱਚ ਗਏ ਲੋਕ ਇੱਕ ਦਿਨ ਯਰੂਸ਼ਲਮ ਵਾਪਿਸ ਆਉਣਗੇ। ਹੁਣ ਇਸ ਵਾਅਦੇ ਨੂੰ ਪੂਰਾ ਹੋਣ ਤੋਂ ਕਈ ਹੋਰ ਭਵਿੱਖਬਾਣੀਆਂ ਦੇ ਪ੍ਰਤੀ ਉਮੀਦਾਂ ਵੱਧ ਜਾਂਦੀਆਂ ਹਨ ਕਿ ਗੁਲਾਮੀ ਕਹਾਣੀ ਦਾ ਅੰਤ ਨਹੀਂ ਸੀ। ਸਾਡੀ ਆਸ ਦਾਊਦ ਦੇ ਵੰਸ਼ ਤੋਂ ਆਉਣ ਵਾਲੇ ਭਵਿੱਖ ਦੇ ਮਸੀਹ ਰਾਜੇ ਉੱਤੇ ਹੈ। ਸਾਨੂੰ ਇੱਕ ਮੁੜ ਨਿਰਮਾਣ ਕੀਤੀ ਹੈਕਲ ਦੀ ਆਸ ਹੈ ਜਿੱਥੇ ਪਰਮੇਸ਼ਵਰ ਦੀ ਹਜ਼ੂਰੀ ਆਪਣੇ ਲੋਕਾਂ ਦੇ ਨਾਲ ਹੋਵੇਗੀ। ਸਾਡੀ ਆਸ ਪਰਮੇਸ਼ਵਰ ਦੇ ਰਾਜ ਦੇ ਲਈ ਹੈ ਜੋ ਸਭ ਕੌਮਾਂ ਉੱਤੇ ਆਵੇਗਾ ਅਤੇ ਉਹਨਾਂ ਉੱਤੇ ਬਰਕਤ ਦੇਵੇਗਾ ਜਿਸ ਤਰ੍ਹਾਂ ਅਬਰਾਹਮ ਨਾਲ ਵਾਅਦਾ ਕੀਤਾ ਗਿਆ ਸੀ। ਅਤੇ ਇਸ ਲਈ ਇਹਨਾਂ ਸਭ ਉਮੀਦਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਜ਼ਰੂਬਾਬਲ ਦੀ ਕਹਾਣੀ ਪੜ੍ਹਦੇ ਹਾਂ। ਉਸ ਦੇ ਨਾਮ ਦਾ ਅਰਥ ਹੈ ਬਾਬਲ ਵਿੱਚ ਲਗਾਇਆ ਗਿਆ ਰੁੱਖ। ਉਹ ਬਾਬਲ ਦੇ ਗੁਲਾਮੀ ਵਿੱਚ ਪੈਦਾ ਹੋਈ ਪੀੜ੍ਹੀ ਦੀ ਅਗਵਾਈ ਕਰਦਾ ਹੈ ਅਤੇ ਉਹ ਯਰੂਸ਼ਲਮ ਵਾਪਿਸ ਆਉਣ ਵਾਲੇ ਇਸਰਾਏਲੀਆਂ ਦੀ ਅਗਵਾਈ ਕਰਦਾ ਹੈ। ਉਹਨਾਂ ਦੇ ਉੱਥੇ ਵਸਣ ਤੋਂ ਬਾਅਦ ਉਹਨਾਂ ਨੇ ਬਲੀਦਾਨ ਚੜਾਉਣ ਦੇ ਲਈ ਜਗਵੇਦੀ ਅਤੇ ਬਾਅਦ ਵਿੱਚ ਹੈਕਲ ਦਾ ਮੁੜ ਨਿਰਮਾਣ ਕੀਤਾ। ਨੀਂਹ ਰੱਖਣ ਦੀ ਰਸਮ ਅਤੇ ਫਿਰ ਹੈਕਲ ਦੀ ਸਥਾਪਨਾ ਮਹੱਤਵਪੂਰਨ ਪਲ ਸਨ। ਡੇਰੇ ਅਤੇ ਹੈਕਲ ਦੀ ਭੇਟ ਦੀਆਂ ਪਿਛਲੀਆਂ ਕਹਾਣੀਆਂ ਸਾਡੇ ਦਿਮਾਗ ਵਿੱਚ ਹੋਣੀਆਂ ਚਾਹੀਦੀਆਂ ਹਨ। ਉਸ ਸਮੇਂ ਪਰਮੇਸ਼ਵਰ ਦੀ ਹਜ਼ੂਰੀ ਦਾ ਚਮਕਦਾ ਬੱਦਲ ਥੱਲੇ ਉਤਰ ਆਇਆ ਸੀ ਅਤੇ ਪਰਮੇਸ਼ਵਰ ਆਪਣੇ ਲੋਕਾਂ ਦੇ ਨਾਲ ਵਾਸ ਕਰਦਾ ਸੀ ਅਤੇ ਇਸ ਤਰ੍ਹਾਂ ਨਹੀਂ ਹੋਇਆ। ਅਤੇ ਇਸ ਲਈ ਜਦੋਂ ਕਿ ਕੁਝ ਲੋਕ ਇਸ ਨਵੀਂ ਹੈਕਲ ਦੇ ਵਿਸ਼ੇ ਵਿੱਚ ਖੁਸ਼ ਹਨ ਤਾਂ ਬਜ਼ੁਰਗ ਜਿਨ੍ਹਾਂ ਨੇ ਸੁਲੇਮਾਨ ਦੀ ਪਿਛਲੀ ਹੈਕਲ ਨੂੰ ਦੇਖਿਆ ਸੀ ਉਹ ਦੁੱਖ ਵਿੱਚ ਰੋਂਦੇ ਹਨ। ਇਹ ਉਹਨਾਂ ਦੇ ਸ਼ਾਨਦਾਰ ਅਤੀਤ ਜਾਂ ਉਹਨਾਂ ਦੀਆਂ ਭਵਿੱਖ ਦੀਆਂ ਉਮੀਦਾਂ ਦੀ ਤਰ੍ਹਾਂ ਨਹੀਂ ਹੈ। ਅਤੇ ਇੱਥੇ ਹੀ ਸਾਨੂੰ ਵਿਰੋਧ ਦੀ ਪਹਿਲੀ ਕਹਾਣੀ ਮਿਲਦੀ ਹੈ ਜੋ ਬਹੁਤ ਅਜੀਬ ਹੈ। ਉਹਨਾਂ ਇਸਰਾਏਲੀਆਂ ਦੇ ਪੋਤੇ ਜੋ ਗੁਲਾਮੀ ਵਿੱਚ ਨਹੀਂ ਗਏ ਸਨ ਉਹ ਸਭ ਯਰੂਸ਼ਲਮ ਵਿੱਚ ਰਹਿ ਰਹੇ ਸਨ। ਉਹ ਹੈਕਲ ਦੇ ਮੁੜ ਨਿਰਮਾਣ ਦੀ ਮਦਦ ਕਰਨ ਲਈ ਆਏ ਅਤੇ ਜ਼ਰੂਬਾਬਲ ਮਨਾ ਕਰ ਦਿੰਦਾ ਹੈ। ਉਹ ਕਹਿੰਦਾ ਹੈ ਸਾਡੀ ਹੈਕਲ ਵਿੱਚ ਤੁਹਾਡਾ ਕੋਈ ਕੰਮ ਨਹੀਂ ਅਤੇ ਇਹ ਸਿੱਧੇ ਤੌਰ ਤੇ ਝਗੜੇ ਨੂੰ ਪੈਦਾ ਕਰਦਾ ਹੈ ਜਿਸ ਉੱਤੇ ਜ਼ਰੂਬਾਬਲ ਦੀ ਜਿੱਤ ਹੁੰਦੀ ਹੈ। ਪਰ ਇਹ ਬਹੁਤ ਅਜੀਬ ਹੈ ਕਿਉਂਕਿ ਨਬੀਆਂ ਨੇ ਕਲਪਨਾ ਕੀਤੀ ਸੀ ਕਿ ਜਦੋਂ ਅੰਤ ਵਿੱਚ ਰਾਜ ਆਵੇਗਾ ਤਾਂ ਉਸ ਸਮੇਂ ਇਸਰਾਏਲ ਦੇ ਗੋਤ ਸਭ ਕੌਮਾਂ ਨਾਲ ਮਿਲ ਕੇ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਕਰਨਗੇ ਅਤੇ ਇਸ ਲਈ ਇਹ ਘੱਟ ਤੋਂ ਘੱਟ ਕਹਿਣ ਲਈ ਇੱਕ ਨਿਰਾਸ਼ਾਜਨਕ ਪਲ ਸੀ। ਅਗਲੇ ਭਾਗ ਵਿੱਚ ਅਸੀਂ 60 ਸਾਲਾਂ ਤੋਂ ਨਜ਼ਰ ਮਾਰਦੇ ਹਾਂ ਅਤੇ ਸਾਡੀ ਜਾਣ ਪਛਾਣ ਅਜ਼ਰਾ ਨਾਲ ਕਰਵਾਈ ਜਾਂਦੀ ਹੈ। ਉਹ ਬਾਬਲ ਵਿੱਚ ਗੁਲਾਮ ਇਸਰਾਏਲੀ ਲੋਕਾਂ ਦਾ ਆਗੂ ਹੈ ਅਤੇ ਉਹ ਤੁਰੇਤ ਦਾ ਵਿਦਵਾਨ ਅਤੇ ਅਧਿਆਪਕ ਹੈ ਅਤੇ ਇਸ ਲਈ ਉਸ ਨੂੰ ਫਾਰਸ ਦੇ ਰਾਜੇ ਅਰਤਹਸ਼ਸਤਾ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ ਤਾਂ ਜੋ ਉਹਨਾਂ ਲੋਕਾਂ ਦੇ ਇੱਕ ਹੋਰ ਦਲ ਨੂੰ ਯਰੂਸ਼ਲਮ ਵਾਪਸ ਲੈ ਜਾਣ। ਅਤੇ ਅਜ਼ਰਾ ਲੋਕਾਂ ਦੇ ਵਿੱਚ ਆਤਮਿਕ ਅਤੇ ਸਮਾਜਿਕ ਜਾਗਰੂਕਤਾ ਲਿਆਉਣਾ ਚਾਹੁੰਦਾ ਹੈ। ਸਾਡੀਆਂ ਉਮੀਦਾਂ ਵੱਡੀਆਂ ਹਨ ਅਤੇ ਫਿਰ ਅਸੀਂ ਕਹਾਣੀ ਦੇ ਨਿਰਾਸ਼ਾਜਨਕ ਪਲ ਵਿੱਚ ਆਉਂਦੇ ਹਾਂ। ਅਜ਼ਰਾ ਨੂੰ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਗੁਲਾਮ ਇਸਰਾਏਲੀਆਂ ਨੇ ਜੋ ਵਾਪਿਸ ਆਏ ਸਨ ਉਹਨਾਂ ਨੇ ਕਈ ਗੈਰ ਗੁਲਾਮ ਲੋਕਾਂ ਨਾਲ ਵਿਆਹ ਕਰ ਲਿਆ ਸੀ ਜੋ ਯਰੂਸ਼ਲਮ ਦੇ ਆਲੇ ਦੁਆਲੇ ਰਹਿੰਦੇ ਸਨ। ਉਹਨਾਂ ਵਿੱਚੋਂ ਕੁਝ ਗੈਰ ਇਸਰਾਏਲੀ ਸਨ ਅਤੇ ਯਕੀਨੀ ਤੌਰ ਤੇ ਉਹਨਾਂ ਵਿੱਚੋਂ ਕੁਝ ਤਾਂ ਸਨ। ਉਸ ਸਮੇਂ ਅਜ਼ਰਾ ਤੁਰੇਤ ਦੇ ਹੁਕਮਾਂ ਦਾ ਪਾਲਣ ਕਰਨ ਲਈ ਬੇਨਤੀ ਕਰਦਾ ਹੈ ਕਿ ਇਸਰਾਏਲ ਨੂੰ ਇਹਨਾਂ ਪ੍ਰਾਚੀਨ ਕਨਾਨੀਆਂ ਤੋਂ ਅਲੱਗ ਹੋ ਕੇ ਪਵਿੱਤਰ ਹੋਣਾ ਚਾਹੀਦਾ ਹੈ ਅਤੇ ਫਿਰ ਉਹ ਕਹਿੰਦਾ ਹੈ ਕਿ ਯਰੂਸ਼ਲਮ ਦੇ ਆਲੇ ਦੁਆਲੇ ਦੇ ਲੋਕ ਵੀ ਕਨਾਨੀ ਲੋਕਾਂ ਦੀ ਤਰ੍ਹਾਂ ਹੀ ਹਨ
ਉਹ ਗੁਲਾਮੀ ਤੋਂ ਆਏ ਲੋਕਾਂ ਨੂੰ ਭ੍ਰਿਸ਼ਟ ਕਰ ਦੇਣਗੇ। ਫਿਰ ਅਜ਼ਰਾ ਤੋਬਾ ਦੀ ਪ੍ਰਾਰਥਨਾ ਕਰਦਾ ਹੈ ਜੋ ਦਿਲਾਂ ਨੂੰ ਛੂ ਲੈਂਦੀ ਹੈ, ਪਰ ਉਹ ਫਿਰ ਸਾਰੇ ਆਗੂਆਂ ਨੂੰ ਇਕੱਠਿਆਂ ਕਰਦਾ ਹੈ ਅਤੇ ਉਹਨਾਂ ਨੂੰ ਤਲਾਕ ਦਾ ਫਰਮਾਨ ਦਿੰਦਾ ਹੈ, ਜਿਸ ਵਿੱਚ ਲਿਖਿਆ ਸੀ ਕਿ ਇਹਨਾਂ ਸਭ ਵਿਆਹਾਂ ਨੂੰ ਰੱਦ ਕਰ ਦਿੱਤਾ ਜਾਵੇ, ਔਰਤਾਂ ਤੇ ਬੱਚਿਆਂ ਨੂੰ ਵਾਪਸ ਭੇਜ ਦਿੱਤਾ ਜਾਵੇ। ਪਰ ਫਿਰ ਆਦੇਸ਼ ਕੇਵਲ ਅਧੂਰੇ ਰੂਪ ਨਾਲ ਹੀ ਲਾਗੂ ਹੁੰਦਾ ਹੈ। ਸਾਨੂੰ ਕੁਝ ਲੋਕਾਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਨੇ ਆਪਣੀਆਂ ਤੀਵੀਆਂ ਨੂੰ ਤਲਾਕ ਦਿੱਤਾ। ਇਹ ਕਹਾਣੀ ਕਈ ਕਾਰਨਾਂ ਕਰਕੇ ਬਹੁਤ ਅਜੀਬ ਹੈ। ਸਭ ਤੋਂ ਪਹਿਲਾਂ ਪਰਮੇਸ਼ਵਰ ਨੇ ਅਜ਼ਰਾ ਨੂੰ ਅਜਿਹਾ ਕਰਨ ਦਾ ਹੁਕਮ ਨਹੀਂ ਦਿੱਤਾ ਸੀ। ਇਹ ਯਰੂਸ਼ਲਮ ਦੇ ਆਗੂ ਸਨ ਜਿਨ੍ਹਾਂ ਨੇ ਅਜ਼ਰਾ ਨੂੰ ਇਹ ਫਰਮਾਨ ਬਣਾਉਣ ਦਾ ਹੁਕਮ ਦਿੱਤਾ ਸੀ। ਦੂਸਰਾ, ਉਸ ਸਮੇਂ ਦੇ ਨਬੀ ਮਲਾਕੀ ਨੇ ਇਹ ਜ਼ਰੂਰ ਕਿਹਾ ਸੀ ਕਿ ਗੁਲਾਮ ਲੋਕਾਂ ਨੂੰ ਪਵਿੱਤਰਤਾ ਦਾ ਧਿਆਨ ਰੱਖਣਾ ਚਾਹੀਦਾ ਹੈ, ਪਰ ਉਸਨੇ ਇਹ ਵੀ ਕਿਹਾ ਕਿ ਪਰਮੇਸ਼ਵਰ ਤਲਾਕ ਦਾ ਵਿਰੋਧ ਕਰਦਾ ਹੈ ਅਤੇ ਇਸ ਲਈ ਆਦੇਸ਼ ਦੇ ਅਧੂਰੇ ਨਤੀਜੇ ਇੱਕ ਅਨੋਖੇ ਅੰਤਿਮ ਦੁਖਾਂਤ ਦਾ ਕਾਰਨ ਬਣਦੇ ਹਨ, ਜੋ ਸਾਨੂੰ ਅਗਲੇ ਭਾਗ ਦੀ ਵੱਲ ਲੈ ਜਾਂਦਾ ਹੈ, ਜੋ ਨਹਮੀਆ ਦੇ ਬਾਰੇ ਹੈ। ਉਹ ਇੱਕ ਇਸਰਾਏਲੀ ਸੀ ਅਤੇ ਫਾਰਸ ਦੇ ਰਾਜ ਦਾ ਰਾਜ ਅਧਿਕਾਰੀ ਸੀ, ਅਤੇ ਜਦੋਂ ਉਹ ਯਰੂਸ਼ਲਮ ਦੀ ਸ਼ਹਿਰ ਪਨਾਹ ਦੀ ਬਰਬਾਦ ਸਥਿਤੀ ਦੇ ਬਾਰੇ ਸੁਣਦਾ ਹੈ ਤਾਂ ਉਹ ਪ੍ਰਾਰਥਨਾ ਕਰਦਾ ਹੈ ਅਤੇ ਫਿਰ ਸ਼ਹਿਰ ਪਨਾਹ ਦੇ ਮੁੜ ਨਿਰਮਾਣ ਦੇ ਲਈ ਫਾਰਸ ਦੇ ਰਾਜਾ ਅਰਤਹਸ਼ਸਤਾ ਤੋਂ ਇਜਾਜ਼ਤ ਲੈਂਦਾ ਹੈ। ਰਾਜਾ ਉਸ ਨੂੰ ਹਥਿਆਰਬੰਦ ਸੁਰੱਖਿਆ ਅਤੇ ਸਾਧਨ ਵੀ ਪ੍ਰਦਾਨ ਕਰਦਾ ਹੈ। ਇਸ ਲਈ ਯਰੂਸ਼ਲਮ ਪਹੁੰਚਣ ਤੋਂ ਬਾਅਦ ਉਹ ਨਿਰਮਾਣ ਯੋਜਨਾ ਆਰੰਭ ਕਰਦਾ ਹੈ ਅਤੇ ਉਸ ਨੂੰ ਵੀ ਉਹਨਾਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਪਹਿਲਾਂ ਹੀ ਯਰੂਸ਼ਲਮ ਦੇ ਆਲੇ-ਦੁਆਲੇ ਰਹਿ ਰਹੇ ਸਨ। ਇੱਕ ਵਾਰ ਫਿਰ ਅਸੀਂ ਕਹਾਣੀ ਵਿੱਚ ਤਣਾਅ ਵੇਖਦੇ ਹਾਂ। ਉਸ ਸਮੇਂ ਦੇ ਨਬੀ ਜ਼ਕਰੀਆ ਨੇ ਕਿਹਾ ਕਿ ਪਰਮੇਸ਼ਵਰ ਦੇ ਰਾਜ ਦਾ ਨਵਾਂ ਯਰੂਸ਼ਲਮ ਬਿਨਾਂ ਸ਼ਹਿਰ ਪਨਾਹ ਵਾਲਾ ਨਗਰ ਹੋਵੇਗਾ, ਕਿ ਪਰਮੇਸ਼ਵਰ ਦੀ ਹਜ਼ੂਰੀ ਇਸ ਨੂੰ ਚਾਰੇ ਪਾਸਿਓਂ ਘੇਰ ਲਵੇਗੀ ਅਤੇ ਸਭ ਕੌਮਾਂ ਦੇ ਲੋਕ ਆਉਣਗੇ ਅਤੇ ਨੇਮ ਦੇ ਲੋਕਾਂ ਵਿੱਚ ਸ਼ਾਮਿਲ ਹੋਣਗੇ। ਪਰ ਇਸ ਤਰ੍ਹਾਂ ਜਾਪਦਾ ਹੈ ਕਿ ਨਹਮੀਆ ਇਸ ਦੇ ਵਿਰੁੱਧ ਦਰਸ਼ਨ ਦਾ ਕੰਮ ਕਰਦਾ ਹੈ। ਉਹ ਯਰੂਸ਼ਲਮ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਿਤ ਕਰਦਾ ਹੈ ਕਿ ਯਰੂਸ਼ਲਮ ਵਿੱਚ ਉਹਨਾਂ ਦਾ ਕੋਈ ਭਾਗ ਨਹੀਂ ਹੈ ਅਤੇ ਜ਼ਾਹਿਰ ਹੈ ਕਿ ਇਹ ਗੱਲ ਉਹਨਾਂ ਨੂੰ ਦੁਸ਼ਮਣੀ ਲਈ ਉਕਸਾਉਂਦੀ ਹੈ। ਅਤੇ ਇਸ ਲਈ ਜਦੋਂ ਨਹਮੀਆ ਸ਼ਹਿਰ ਦੇ ਪ੍ਰਤੀ ਆਪਣੇ ਦਰਸ਼ਨ ਨੂੰ ਇਮਾਨਦਾਰੀ ਅਤੇ ਖਰਿਆਈ ਦੇ ਨਾਲ ਕਰਦਾ ਹੈ ਤਾਂ ਉਸ ਨੂੰ ਹਥਿਆਰਬੰਦ ਸੁਰੱਖਿਆ ਦੇ ਦੁਆਰਾ ਲੋਕਾਂ ਦੀ ਰਾਖੀ ਕਰਦੇ ਹੋਏ ਅਸੀਂ ਸੋਚ ਸਕਦੇ ਹਾਂ ਕਿ ਇਹ ਮਤਭੇਦ ਹੋਰ ਢੰਗ ਨਾਲ ਸੁਲਝਾਇਆ ਜਾ ਸਕਦਾ ਸੀ। ਅਤੇ ਸਭ ਦੇ ਕਾਰਨ ਦੋ ਅੰਦੋਲਨਾਂ ਦੇ ਨਾਲ ਕਿਤਾਬ ਸਮਾਪਤੀ ਦੀ ਵੱਲ ਵਧਦੀ ਹੈ। ਪਹਿਲਾ ਸਕਾਰਾਤਮਕ ਅਤੇ ਫਿਰ ਨਕਾਰਾਤਮਕ। ਅਜ਼ਰਾ ਅਤੇ ਨਹਮੀਆ ਲੋਕਾਂ ਦੇ ਵਿੱਚ ਆਤਮਿਕ ਜਾਗਰੂਕਤਾ ਲਿਆਉਣ ਲਈ ਸਮੂਹਾਂ ਨੂੰ ਜੋੜਦੇ ਹਨ। ਉਹ ਇੱਕ ਪਰਬ ਦੇ ਲਈ ਸਭ ਗੁਲਾਮੀ ਵਿੱਚ ਗਏ ਲੋਕਾਂ ਨੂੰ ਇਕੱਠਾ ਕਰਦੇ ਹਨ ਅਤੇ 7 ਦਿਨਾਂ ਤੱਕ ਸਭ ਲੋਕਾਂ ਦੇ ਸਾਹਮਣੇ ਤੁਰੇਤ ਨੂੰ ਪੜ੍ਹਦੇ ਅਤੇ ਉਹਨਾਂ ਨੂੰ ਸਿਖਾਉਂਦੇ ਹਨ। ਅਤੇ ਫਿਰ ਉਹ ਕੂਚ ਅਤੇ ਜੰਗਲ ਦੀ ਯਾਤਰਾ ਵਿੱਚ ਪਰਮੇਸ਼ਵਰ ਦੀ ਵਫਾਦਾਰੀ ਨੂੰ ਯਾਦ ਕਰਦੇ ਹੋਏ ਡੇਰਿਆਂ ਦੇ ਪ੍ਰਾਚੀਨ ਪਰਬ ਨੂੰ ਮਨਾਉਂਦੇ ਹਨ। ਤਦ ਉਹ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਨ। ਉਹ ਆਪਣੇ ਆਪ ਦੇ ਲਈ ਨੇਮ ਨੂੰ ਫਿਰ ਤੋਂ ਬਹਾਲ ਕਰਨ ਅਤੇ ਤੁਰੇਤ ਦੇ ਸਭ ਹੁਕਮਾਂ ਦੀ ਸਹੁੰ ਖਾਂਦੇ ਹਨ ਅਤੇ ਉਹ ਹੈਕਲ ਅਤੇ ਯਰੂਸ਼ਲਮ ਦੀ ਸ਼ਹਿਰ ਪਨਾਹ ਦੇ ਪੂਰੇ ਹੋਣ ਦਾ ਵੱਡਾ ਜਸ਼ਨ ਮਨਾਉਂਦੇ ਹਨ। ਅਤੇ ਅਸੀਂ ਸੋਚ ਰਹੇ ਹਾਂ ਕਿ ਇਹ ਵੱਡਾ ਮੋੜ ਹੋ ਸਕਦਾ ਹੈ, ਪਰ ਇਸ ਤਰ੍ਹਾਂ ਨਹੀਂ ਸੀ। ਕਿਤਾਬ ਨਿਰਾਸ਼ਾ ਦੇ ਨਾਲ ਸਮਾਪਤ ਹੁੰਦੀ ਹੈ। ਨਹਮੀਆ ਸ਼ਹਿਰ ਦੇ ਚਾਰੇ ਪਾਸੇ ਘੁੰਮਦਾ ਹੈ ਅਤੇ ਉਸ ਨੂੰ ਪਤਾ ਲੱਗਦਾ ਹੈ ਕਿ ਲੋਕ ਆਪਣੇ ਨੇਮ ਦੇ ਵਾਅਦੇ ਨੂੰ ਪੂਰਾ ਨਹੀਂ ਕਰ ਰਹੇ ਹਨ। ਯਰੂਬਾਬਲ ਦਾ ਕੰਮ ਅਧੂਰਾ ਪਿਆ ਹੈ ਅਤੇ ਉਸ ਨੂੰ ਪਤਾ ਲੱਗਦਾ ਹੈ ਕਿ ਹੈਕਲ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਉਹ ਅਯੋਗ ਕਰਮਚਾਰੀਆਂ ਨਾਲ ਭਰਿਆ ਹੋਇਆ ਹੈ। ਉਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਅਜ਼ਰਾ ਦੇ ਕੰਮ ਵਿੱਚ ਸਮਝੌਤਾ ਕੀਤਾ ਜਾ ਰਿਹਾ ਹੈ। ਉਹ ਵੇਖਦਾ ਹੈ ਕਿ ਹਰ ਵਿਅਕਤੀ ਤੁਰੀਤ ਦਾ ਉਲੰਘਣ ਕਰਦਾ ਹੈ। ਲੋਕ ਸਬਤ ਦੇ ਦਿਨ ਕੰਮ ਕਰ ਰਹੇ ਸਨ ਅਤੇ ਇਸ ਵਿੱਚ ਉਸ ਦਾ ਆਪਣਾ ਸ਼ਹਿਰ ਪਨਾਹ ਦਾ ਕੰਮ ਵੀ ਸ਼ਾਮਿਲ ਹੈ, ਕਿਉਂਕਿ ਲੋਕ ਯਰੂਸ਼ਲਮ ਦੀ ਸ਼ਹਿਰ ਪਨਾਹ ਦੇ ਚਾਰੇ ਪਾਸੇ ਬਾਜ਼ਾਰ ਬਣਾ ਰਹੇ ਹਨ ਅਤੇ ਸਬਤ ਦੇ ਦਿਨ ਕੰਮ ਕਰ ਰਹੇ ਹਨ। ਤਾਂ ਨਹਮੀਆ ਕ੍ਰੋਧਿਤ ਹੋ ਜਾਂਦਾ ਹੈ। ਉਹ ਲੋਕਾਂ ਨੂੰ ਮਾਰਦਾ ਹੈ, ਉਹਨਾਂ ਦੇ ਵਾਲਾਂ ਨੂੰ ਖਿੱਚਦਾ ਹੈ ਅਤੇ ਉਹਨਾਂ ਤੇ ਚੀਖ ਕੇ ਕਹਿੰਦਾ ਹੈ, ਤੁਰੀਤ ਦੇ ਹੁਕਮਾਂ ਦਾ ਪਾਲਣ ਕਰੋ। ਅਤੇ ਉਸ ਦੇ ਅੰਤਿਮ ਸ਼ਬਦ ਇੱਕ ਪ੍ਰਾਰਥਨਾ ਦੇ ਰੂਪ ਵਿੱਚ ਹਨ ਕਿ ਪਰਮੇਸ਼ਵਰ ਉਸ ਨੂੰ ਯਾਦ ਰੱਖੇ ਕਿ ਘੱਟੋ-ਘੱਟ ਉਸ ਨੇ ਕੋਸ਼ਿਸ਼ ਤਾਂ ਕੀਤੀ ਸੀ। ਅਤੇ ਫਿਰ ਕਿਤਾਬ ਸਮਾਪਤ ਹੋ ਜਾਂਦੀ ਹੈ। ਮੇਰਾ ਮਤਲਬ ਹੈ ਕਿ ਇਹ ਬਹੁਤ ਅਜੀਬ ਹੈ, ਪਰ ਅਸੀਂ ਇਸ ਲਈ ਤਿਆਰ ਹਾਂ, ਹੈ ਨਾ? ਇਹਨਾਂ ਨਿਰਾਸ਼ਾਜਨਕ ਪਲਾਂ ਨੂੰ ਜਾਣਬੁੱਝ ਕੇ ਕਿਤਾਬ ਦੀ ਰਚਨਾ ਵਿੱਚ ਬੁਣਿਆ ਗਿਆ ਹੈ ਅਤੇ ਇਸ ਲਈ ਇਹ ਸਵਾਲ ਉੱਠਦਾ ਹੈ ਕਿ ਆਖਿਰ ਬਾਈਬਲ ਦੀ ਕਹਾਣੀ ਵਿੱਚ ਇਹ ਕਿਤਾਬ ਕਿਸ ਤਰ੍ਹਾਂ ਦਾ ਯੋਗਦਾਨ ਦਿੰਦੀ ਹੈ। ਖੈਰ, ਯਾਦ ਰੱਖੋ, ਕਿਤਾਬ ਦਾ ਆਰੰਭ ਮਸੀਹਾ, ਹੈਕਲ, ਪਰਮੇਸ਼ਵਰ ਦੇ ਰਾਜ, ਭਵਿੱਖਬਾਣੀਆਂ ਦੇ ਪੂਰੇ ਹੋਣ ਦੇ ਬਾਰੇ ਸਾਡੀਆਂ ਉਮੀਦਾਂ ਨੂੰ ਵਧਾ ਕੇ ਹੋਇਆ ਸੀ, ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ। ਇਸ ਲਈ ਭਾਵੇਂ ਹੁਣ ਇਸਰਾਏਲ ਦੇਸ਼ ਵਿੱਚ ਵਾਪਿਸ ਆ ਗਿਆ ਸੀ, ਫਿਰ ਵੀ ਉਹਨਾਂ ਦੀ ਆਤਮਿਕ ਸਥਿਤੀ ਉਸੇ ਤਰ੍ਹਾਂ ਸੀ ਜਿਵੇਂ ਗੁਲਾਮੀ ਤੋਂ ਪਹਿਲਾਂ ਸੀ। ਅਤੇ ਜਦੋਂ ਕਿ ਅਜ਼ਰਾ ਅਤੇ ਨਹਮੀਆ ਪੂਰੀ ਕੋਸ਼ਿਸ਼ ਕਰਦੇ ਹਨ, ਪਰ ਲੋਕਾਂ ਦੇ ਵਿੱਚ ਉਹਨਾਂ ਦੇ ਰਾਜਨੀਤਿਕ ਅਤੇ ਸਮਾਜਿਕ ਸੁਧਾਰ ਉਹਨਾਂ ਦੇ ਦਿਲਾਂ ਦੀ ਮੂਲ ਸਮੱਸਿਆ ਦਾ ਹੱਲ ਨਹੀਂ ਕਰਦੇ। ਇਸ ਲਈ ਇਹ ਕਿਤਾਬ ਉਸੇ ਜ਼ਰੂਰਤ ਦੀ ਵੱਲ ਇਸ਼ਾਰਾ ਕਰਦੀ ਹੈ ਜਿਸ ਉਤੇ ਨਬੀ ਯਰਮੀਆ ਅਤੇ ਹਿਜ਼ਕੀਏਲ ਨੇ ਜ਼ੋਰ ਦਿੱਤਾ ਸੀ। ਜੇਕਰ ਪਰਮੇਸ਼ਵਰ ਦੇ ਲੋਕ ਆਪਣੇ ਪਰਮੇਸ਼ਵਰ ਨਾਲ ਪਿਆਰ ਰੱਖਣਾ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਆਪਣੇ ਦਿਲ ਨੂੰ ਬਦਲਣ ਦੀ ਜ਼ਰੂਰਤ ਹੈ। ਅਤੇ ਇਸ ਤਰ੍ਹਾਂ ਇਹ ਕਿਤਾਬ ਨਿਰਾਸ਼ਾ ਦੇ ਨਾਲ ਸਮਾਪਤ ਹੋ ਜਾਂਦੀ ਹੈ।
ਹਾਂ, ਪਰ ਇਹ ਤੁਹਾਨੂੰ ਗਿਆਨ ਅਤੇ ਨਬੀਆਂ ਦੀਆਂ ਕਿਤਾਬਾਂ ਪੜ੍ਹਨ ਦੇ ਲਈ ਮਜਬੂਰ ਕਰਦੀ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਪਰਮੇਸ਼ਵਰ ਆਪਣੇ ਮਹਾਨ ਨੇਮ ਦੇ ਵਾਅਦੇ ਨੂੰ ਪੂਰਾ ਕਰਨ ਲਈ ਕੀ ਕਰੇਗਾ। ਪਰ ਹੁਣ ਦੇ ਲਈ ਅਜ਼ਰਾ ਨਹਮੀਆ ਦੀ ਕਿਤਾਬ ਇਹੀ ਹੈ।